ਕਿਤੇ ਤੁਹਾਨੂੰ ਜ਼ਫਰਨਾਮਾ ਪੜ੍ਹਨ ਦਾ ਮੌਕਾ ਮਿਲੇ ਤੇ ਜ਼ਫਰਨਾਮੇ 'ਚ 3-4 ਮੁਸਲਮਾਨ ਜਰਨੈਲਾਂ ਦੇ ਨਾਮ ਆਉਂਦੇ ਨੇ। ਇੱਕ ਤੇ ਹੈ ख्वाजा खिजर महमूद अली खां, ਜਿਹਦੇ ਬਾਰੇ ਗੁਰੂਦੇਵ ਪਾਤਸ਼ਾਹ ਕਹਿੰਦੇ ਨੇ ਕਿ ਆਂ ख्वाजा मरदूद साया दीवार ब मैदान आमद ब मरदाना वार दरेगा अगर रूए ऊ दीद में ब यक तीर बाचार लक्षीद में। ਇਹ ਸ਼ਬਦ ਹੁਣ ਬੜਾ ਅਹਿਮ ਹੈ ਕਿਉਂਕਿ ਗੁਰੂ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਕਿਤੇ ਅਫਸੋਸ ਸ਼ਬਦ ਨਹੀਂ ਹੈਗਾ। ਪਿਤਾ ਦੀ ਸ਼ਹਾਦਤ, ਮਾਤਾ ਦੀ ਸ਼ਹਾਦਤ, ਪੁੱਤਰਾਂ ਦੀ ਸ਼ਹਾਦਤ, ਤਖਤ ਗਿਆ, ਤਾਜ ਗਿਆ, ਰਾਜ ਗਿਆ, ਬਾਜ ਗਿਆ, ਸਭ ਕੁਝ ਗਿਆ, ਕਿਤੇ ਅਫਸੋਸ ਨਹੀਂ, ਸ਼ੁਕਰ ਹੈ। ਪਰ ਇੱਥੇ ਕਹਿੰਦੇ ਮੈਨੂੰ ਦਰੇਗਾ ਅਫਸੋਸ ਕਿਸ ਗੱਲ ਦਾ? ਕਹਿੰਦੇ ਕੱਸੇ ਹਰ ਕੇ ਕੌਲੇ ਕੁਰਾਂ ਬਾਇਦਸ਼ ਜਾਂ ਕੁਸਤਨੋਂ ਬਸ਼ਤਨੋਂ ਬਾਇਦਸ਼। ਔਰੰਗਜ਼ੇਬ ਤੇਰਾ ਇੱਕ ਜਰਨੈਲ ਸਹੁੰ ਖਾ ਕੇ ਆਇਆ ਸੀ ਕਿ ਜਾਂ ਗੁਰੂ ਗੋਬਿੰਦ ਸਿੰਘ ਕੁਸ਼ਤ ਨੂੰ ਜਾਂ ਕੋਹ ਦੇਣਾ ਜਾਂ ਮਾਰ ਦੇਣਾ ਜਾਂ ਬਸਤ ਨੂੰ ਜਾਂ ਬੰਦੀ ਬਣਾ ਕੇ ਲੈ ਕੇ ਆਉਣਾ। ਇਹ ਜਿਹੜਾ ਜਰਨੈਲ ਸੀ ਇਹ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਭਰਾ ख्वाजा खिजर महमूद अली खान ਸੀ, ਸਹੁੰ ਖਾ ਕੇ ਆਇਆ ਸੀ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਮੈਦਾਨੇ ਜੰਗ 'ਚ ਵੇਖਿਆ, ਚਮਕੌਰ ਦੀ ਗੜੀ ਦੇ ਉੱਪਰ ਖੜੇ ਹੋ ਕੇ ਉਹ ਸਾਹਮਣੇ ਆ ਰਿਹਾ ਸੀ ਤੇ ਕਹਿੰਦੇ ਜਦੋਂ ਸਾਹਮਣੇ ਆ ਰਿਹਾ ਸੀ ਤੇ ਮੈਂ ਆਪਣੇ ਕਮਾਨ ਦੇ 'ਚ ਤੀਰ ਨੂੰ ਲੈ ਕੇ ਜਦੋਂ ਕੰਨ ਤੱਕ ਖਿੱਚਿਆ ਨਾ, ਕਹਿੰਦੇ ਆ ख्वाजा मरदूद साया दीवार, ਉਹ ਦੀਵਾਰ ਦੇ ਉੱਲੇ ਹੋ ਗਿਆ। ਬ ਮੈਦਾਨਾ ਆਮਦ ਬ ਮਰਦਾਨਾ ਵਾਰ, ਮਰਦਾਂ ਵਾਂਗੂ ਸਾਹਮਣੇ ਨਹੀਂ ਆਇਆ। ਕਹਿੰਦੇ ਹੁਣ ਮੈਨੂੰ ਦਿਸ ਤੇ ਰਿਹਾ ਸੀ ਪਰ ਮੈਂ ਤੀਰ ਨਹੀਂ ਸੀ ਚਲਾ ਰਿਹਾ ਕਿਉਂਕਿ ਗੁਰੂ ਗੋਬਿੰਦ ਸਿੰਘ ਦੀ ਆਤਮਾ ਇਜਾਜ਼ਤ ਨਹੀਂ ਦਿੰਦੀ ਕਿ ਜਿਹੜਾ ਦੁਸ਼ਮਣ ਮੈਦਾਨੇ ਜੰਗ 'ਚ ਮਰਦਾਂ ਵਾਂਗੂ ਸਾਹਮਣੇ ਨਾ ਆਵੇ ਉਹਦੇ 'ਤੇ ਵਾਰ ਕੀਤਾ ਜਾਵੇ। ਉੱਥੇ ਕਹਿੰਦੇ ਦਰੇਗਾ ਅਫਸੋਸ, ਦਰੇਗਾ ਅਗਰ ਰੂਏ ਊ ਦੀਦ ਮੇ ਬਾ ਜਕ ਤੀਰ ਲਾਚਾਰ ਬਖਸ਼ੀਦ ਮੇ। ਕਿਤੇ ਮਰਦਾਂ ਵਾਂਗੂ ਮੇਰੇ ਸਾਹਮਣੇ ਆਉਂਦਾ ਤਾਂ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦਿੰਦਾ। ਉਹ ਬਚ ਇਸ ਕਰਕੇ ਗਿਆ ਹੈ ਕਿਉਂਕਿ ਮੇਰੇ ਸਾਹਮਣੇ ਮਰਦਾਂ ਵਾਂਗੂ ਨਹੀਂ ਆਇਆ। ਹੁਣ ਇੱਕ ਗੁਰੂ ਸਾਹਿਬ ਦੇ ਕੋਲੋਂ ਮਾਰਿਆ ਗਿਆ ਇਹਨਾਂ ਦਾ ਭਰਾ, ਉਹਦੇ ਬਾਰੇ ਵੀ ਗੁਰੂ ਸਾਹਿਬ ਜ਼ਫਰਨਾਮੇ 'ਚ ਲਿਖਦੇ ਨੇ। ਕਹਿੰਦੇ ਚੂ ਦੀਦਮ, ਜਦੋਂ ਵੇਖਿਆ ਬਾ ਨਾਹਰ, ਨਾਹਰ ਖਾਨ ਬਾ ਆਮਦ ਆ ਰਿਹਾ ਹੈ, ਬਾ ਜੰਗ, ਜੰਗ ਦੇ ਵਿੱਚ ਚਸ਼ੀਦੇ ਜੱਕੇ ਤੀਰ ਮਨ ਬੇਦਰੰਗ। ਕਹਿੰਦੇ ਜਦੋਂ ਮੈਂ ਵੇਖਿਆ ਨਾ ਕਿ ਨਾਹਰ ਖਾਨ, ਇਹ ਵੀ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਦਾ ਭਰਾ ਸੀ, ਵੀ ਜਦੋਂ ਵੇਖਿਆ ਨਾਹਰ ਖਾਨ ਮੈਦਾਨੇ ਜੰਗ 'ਚ ਆਇਆ ਮੈਂ ਇੱਕ ਤੀਰ ਦੇ ਨਾਲ ਉਹਨੂੰ ਜ਼ਮੀਨ 'ਤੇ ਸੁੱਟ ਦਿੱਤਾ। ਇਹ ਜਿਹੜਾ ਨਾਹਰ ਖਾਨ ਮਲੇਰਕੋਟਲੇ ਵਾਲਾ ਹੈ ਇਹਦੀ ਬੇਟੀ ਰਹੀਮਪੁਰ ਦੇ ਨਵਾਬ ਦੇ ਘਰ ਵਿਆਹੀ ਹੋਈ ਸੀ। ਹੁਣ ਅਗਲੀ ਘਟਨਾ 'ਤੇ ਆ ਜਾਈਏ ਕਿ ਨਾਹਰ ਖਾਨ ਦੀ ਬੇਟੀ ਰਹੀਮਪੁਰ ਦੇ ਨਵਾਬ ਦੇ ਘਰ ਵਿਆਹੀ ਸੀ। ਆਨੰਦਪੁਰ ਸਾਹਿਬ ਦੇ ਲਾਗੇ ਇਸ ਨਵਾਬ ਨੇ ਆਪਣੀ ਥੋੜ੍ਹੀ ਜਿਹੀ ਫੌਜ ਲੈ ਕੇ ਸਿੱਖਾਂ ਦੀ ਇੱਕ ਟੁਕੜੀ 'ਤੇ ਹਮਲਾ ਕਰ ਦਿੱਤਾ। ਉਸ ਟੁਕੜੀ ਦੀ ਅਗਵਾਈ ਕਰ ਰਹੇ ਸੀ ਭਾਈ ਮਾਨ ਸਿੰਘ। ਜਦੋਂ ਲੜਾਈ ਹੋਈ, ਲੜਾਈ ਹੋ ਕੇ ਸਿੱਖ ਜਿਹੜੇ ਸੀ ਜੇਤੂ ਹੋਏ ਤੇ ਵਾਪਸ ਆ ਗਏ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਬੈਠੇ ਨੇ ਦਰਬਾਰ ਦੇ ਵਿੱਚ। ਜਦੋਂ ਸਿੱਖਾਂ ਨੇ ਸਭ ਕੁਝ ਲਿਆ ਕੇ ਉਹਨਾਂ ਹਾਰੇ ਹੋਏ ਸਿਪਾਹੀਆਂ ਦੇ ਸ਼ਸਤਰ, ਬੰਦੂਕਾਂ, ਸਮਾਨ, ਤੀਰ, ਕਮਾਨ ਸਭ ਕੁਝ ਲਿਆ ਕੇ ਰੱਖੇ ਨਾ ਤੇ ਨਾਲ ਇੱਕ ਡੋਲੀ। ਪਾਤਸ਼ਾਹ ਬੜੇ ਹੈਰਾਨ, ਇੱਕ ਪਾਲਕੀ, ਪਾਲਕੀ 'ਚ ਕੌਣ? ਮਾਨ ਸਿੰਘ ਨੂੰ ਪੁੱਛਦੇ ਨੇ, ਸ਼ਸਤਰ ਤੇ ਮੈਦਾਨੇ ਜੰਗ 'ਚੋਂ ਛੱਡ ਕੇ ਭੱਜ ਗਏ ਹੋਣਗੇ, ਤੁਸੀਂ ਲੈ ਆਏ ਹੋ, ਆਹ ਪਾਲਕੀ 'ਚ ਕਿਹਨੂੰ ਚੁੱਕ ਲਿਆਏ ਹੋ? ਤੇ ਭਾਈ ਮਾਨ ਸਿੰਘ ਕਹਿੰਦੇ ਨੇ ਕਿ ਇਹ ਰਹੀਮਪੁਰ ਦੇ ਨਵਾਬ ਦੀ ਘਰ ਵਾਲੀ ਹੈ, ਘਰ ਵਾਲੀ ਵੀ ਮੈਦਾਨੇ ਜੰਗ 'ਚ ਛੱਡ ਕੇ ਭੱਜ ਗਿਆ। ਤੇ ਪਾਤਸ਼ਾਹ ਕਹਿੰਦੇ ਹੁਣ ਵਾਪਸ ਕਰਕੇ ਆਓ, ਉੱਥੇ ਵਾਪਸ ਕਰਕੇ ਆਓ। ਵੇਖੋ ਮੈਦਾਨੇ ਜੰਗ ਦੇ ਵਿੱਚ ਕਿਸੇ ਦਾ ਛੱਡ ਕੇ ਭੱਜ ਜਾਣਾ ਤੇ ਉਹਨੂੰ ਲੈ ਆਉਣਾ ਇੱਕ ਸੌਖੀ ਗੱਲ ਹੈ, ਪਰ ਦੁਸ਼ਮਣ ਦੇ ਘਰ ਡੋਲਾ ਪਹੁੰਚਾਉਣਾ, ਪਾਲਕੀ ਪਹੁੰਚਾਉਣੀ, ਇਹ ਉਹਦੇ ਤੋਂ ਵੀ ਔਖੀ ਗੱਲ ਹੈ। ਇੱਕ ਸਿੱਖ ਪਤਾ ਕੀ ਕਹਿੰਦਾ? ਤੁਮ ਰੋਕਤ ਹਮ ਕੋ ਕੁਰਬਾਨੇ ਸਗਲ ਤੁਰਕ ਭੁਗਵੈ ਹਿਦਵਾਣੀ। ਵੀ ਜਿੰਨੇ ਵੀ ਤੁਰਕ ਨੇ ਉਹ ਤਾਂ ਹਿੰਦੂਆਂ ਦੀਆਂ ਬੱਚੀਆਂ ਚੁੱਕ ਕੇ ਲੈ ਆਏ ਗਏ ਨੇ, ਇਹ ਵੀ ਕੋਈ ਸਿੱਖ ਨੂੰ ਦੇ ਦਿੰਦੇ ਆ, ਇਹ ਲੈਣ ਦੀ ਤਾਂ ਕੀ ਹੋ ਗਿਆ? ਉਦੋਂ ਮੇਰੇ ਗੁਰਦੇਵ ਪਾਤਸ਼ਾਹ ਨੇ ਕਹੇ ਤਬ ਸਤਿਗੁਰ ਬੋਲੇ ਇੱਕ ਬੇਰੇ ਹਮਲੇ ਜਾਨੋ ਪੰਥ ਉਚੇਰੇ। ਜੋ ਉਹ ਕਰਦੇ ਨੇ ਅਸੀਂ ਉਹ ਨਹੀਂ ਕਰਾਂਗੇ, ਇਹਨੂੰ ਵਾਪਸ ਦੇ ਕੇ ਆਓ। ਰਹੀਮਪੁਰ ਦੇ ਨਵਾਬ ਦੀ ਘਰ ਵਾਲੀ ਵਾਪਸ ਪਹੁੰਚਾਈ ਗਈ। ਇੱਥੇ ਫਿਰ ਸਾਡੇ ਉਸ ਆਧਾਰ ਤੋਂ ਸਾਡੇ ਕਿਰਦਾਰ ਦੀ ਗੱਲ ਸ਼ੁਰੂ ਹੋ ਜਾਂਦੀ ਹੈ ਤੇ ਇਹੀ ਸਾਡਾ ਜਿਹੜਾ ਉਹ ਕਿਰਦਾਰ ਸੀ, ਜਿਹੜੇ ਕਿਰਦਾਰ ਦੀ ਜਿਹੜੀ ਅਰਦਾਸ ਜਿਹੜੀ ਹੈ ਉਹ ਇਬਾਦਤ ਦੇ ਵਿੱਚ ਵੀ ਰਹੀ ਹੈ, ਉਹ ਰਹਿਮਤ ਦੇ ਵਿੱਚ ਵੀ ਰਹੀ ਹੈ ਤੇ ਸ਼ਹਾਦਤ ਦੇ ਵਿੱਚ ਵੀ ਰਹੀ ਹੈ। ਉਹ ਅਰਦਾਸ ਸਿੱਖ ਦੀ ਜ਼ਿੰਦਗੀ ਦਾ ਹਿੱਸਾ ਬਣ ਗਈ ਕਿ ਸਿੱਖ ਨੇ ਆਪਣੇ ਗੁਰੂ ਦੇ ਅੱਗੇ ਅਰਦਾਸ ਹੀ ਇਹ ਕੀਤੀ ਕਿ ਬਿਰਧ ਦੀ ਲਾਜ ਰੱਖਣੀ ਹੈ। ਜਿੱਥੇ ਮੈਂ ਸਾਰੀ ਗੱਲ ਕੀਤੀ ਹੈ ਵੀ ਪਰਮਾਤਮਾ ਜੋ ਕੁਛ ਅਸੀਂ ਤੈਨੂੰ ਮੰਨ ਰਹੇ ਹਾਂ ਨਾ ਉਹ ਤੂੰ ਬਣ ਕੇ ਵਿਖਾਉਣਾ, ਉਹ ਪਰਮਾਤਮਾ ਨੇ ਬਣ ਕੇ ਵਿਖਾਉਣਾ। ਅਸੀਂ ਕਹਿ ਰਹੇ ਹਾਂ ਕਿ ਉਹ ਮੇਰੇ ਅਖਲਾਕ ਦੀ ਰੱਖਿਆ ਕਰੇ, ਪਰਮਾਤਮਾ ਕਰੂਗਾ। ਉਹ ਬਖਸ਼ਿੰਦ ਹੈ, ਉਹ ਬਖਸ਼ ਲਵੇਗਾ।
ਉਹ ਦੀਨ ਪਾਲਣਾ ਕਰਨ ਵਾਲਾ ਹੈ, ਉਹ ਕਰੇਗਾ। ਉਹ ਦੁਸ਼ਮਣ ਨੂੰ ਹੰਤ ਕਰਨ ਵਾਲਾ ਹੈ, ਉਹ ਸਾਡੀ ਦੁਸ਼ਮਣਾਂ ਤੋਂ ਰੱਖਿਆ ਕਰੇਗਾ। ਕਿ ਜਿੰਨਾ ਵੀ ਅਸੀਂ ਉਸ ਦਾ ਬਿਰਧ ਜਿਹੜਾ ਹੈ ਉਹ ਤਸੱਵਰ ਕਰਦੇ ਹਾਂ, ਸਾਡਾ ਵਿਸ਼ਵਾਸ ਹੁੰਦਾ ਹੈ ਕਿ ਪਰਮਾਤਮਾ ਸਾਡੀ ਰੱਖਿਆ ਕਰੇਗਾ। ਇਹੀ ਅਰਦਾਸ ਦਾ ਵਿਸ਼ਵਾਸ ਹੈ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਰਾਏ ਬਲਾਰ ਨੂੰ ਕਹੀ ਕਿ ਜਿੱਥੇ ਮਨੁੱਖ ਬਲਹੀਣ ਮਹਿਸੂਸ ਕਰਦਾ ਉੱਥੇ ਅਰਦਾਸ ਹੈ, ਔਰ ਹੈ ਹੀ ਹੈ ਕਿ ਅੰਤ ਦੇ ਉੱਪਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਹੈ ਹੀ ਅਰਦਾਸ। ਇੱਕ ਵੱਖਰੀ ਅਰਦਾਸ ਦੀ ਗੱਲ ਕਰਦੇ ਹਾਂ। ਮਾਰਚ 1716 ਦਿੱਲੀ ਦੀ ਪਬਲਿਕ ਲਾਇਬ੍ਰੇਰੀ ਹੈ, ਜਿੱਥੇ 1857 ਤੋਂ ਪਹਿਲਾਂ ਇੱਥੇ ਕੋਤਵਾਲੀ ਹੋਇਆ ਕਰਦੀ ਸੀ, ਤੇ ਦਿੱਲੀ ਦਾ ਜਿਹੜਾ ਹਾਕਮ ਸੀ ਸਰਬਰਾਹ ਖਾਨ ਸੀ। ਬਾਬਾ ਬੰਦਾ ਸਿੰਘ ਬਹਾਦਰ ਉਹਦੇ ਨਾਲ ਦੇ ਸਾਥੀ ਗ੍ਰਿਫਤਾਰ ਕਰ ਲਏ ਗਏ। ਇਹ ਗ੍ਰਿਫਤਾਰ ਕੀਤੇ ਗਏ 700 ਸਿੱਖਾਂ ਨੂੰ ਤੇ ਕੋਤਵਾਲੀ ਦੇ ਵਿੱਚ ਰੱਖਿਆ ਗਿਆ, ਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਸਦੇ 25 ਸਾਥੀਆਂ ਨੂੰ ਸਲੀਮਗੜ੍ਹ ਦੇ ਕਿਲ੍ਹੇ ਦੇ ਵਿੱਚ, ਲਾਲ ਕਿਲ੍ਹੇ ਦੇ ਬਿਲਕੁਲ ਗੁੱਟ ਦੇ ਉੱਪਰ ਸਲੀਮਗੜ੍ਹ ਦਾ ਕਿਲ੍ਹਾ, ਜਿਹੜਾ ਸਲੀਮ ਸ਼ਾਹ ਸੂਰੀ ਨੇ ਬਣਾਇਆ ਸੀ, ਸ਼ੇਰ ਸ਼ਾਹ ਸੂਰੀ ਦੇ ਬੇਟੇ ਨੇ, ਸਲੀਮ ਸ਼ਾਹ ਸੂਰੀ ਨੇ, ਉਹਦੇ ਨਾਂ ਦੇ ਉੱਪਰ ਇਸ ਦੇ ਨਾਂ ਸਲੀਮਗੜ੍ਹ ਹੈ। ਲਾਲ ਕਿਲ੍ਹੇ ਦੀ ਜੇ ਗੱਲ ਕਰੀਏ ਤੇ ਇੱਕ ਗੱਲ ਬੜੀ ਅਹਿਮ ਹੈ ਕਿ ਮੇਰੇ ਖਿਆਲ ਦੇ ਨਾਲ ਇਹ ਦੁਨੀਆ ਦੇ ਕਿਸੇ ਹੋਰ ਦੇਸ਼ ਦੇ ਵਿੱਚ ਹੁੰਦਾ, ਯੂਰਪ ਦੇ ਵਿੱਚ ਹੁੰਦਾ, ਖਾਸ ਕਰਕੇ ਕਿਤੇ ਤੁਹਾਨੂੰ ਚੈਕੋਸਲੋਵਾਕੀਆ ਜਾਣ ਦਾ ਮੌਕਾ ਮਿਲੇ, ਜਾਂ ਜਿਨ੍ਹਾਂ ਦੇਸ਼ਾਂ ਦੇ ਵਿੱਚ ਲੋਕਾਂ ਦਾ ਕਤਲੇਆਮ ਹੋਇਆ, ਤੇ ਜਿਨ੍ਹਾਂ ਕਿਲ੍ਹਿਆਂ ਦੇ ਵਿੱਚ ਕਤਲੇਆਮ ਹੋਇਆ ਨਾ, ਉੱਥੇ ਟਾਰਚਰ ਮਿਊਜ਼ੀਅਮ ਬਣੇ ਨੇ। ਤੇ ਮੈਂ ਸੋਚਦਾ ਕਿ ਜਿੰਨਾ ਜ਼ਬਰ ਜ਼ੁਲਮ ਲਾਲ ਕਿਲ੍ਹੇ ਦੇ ਵਿੱਚ ਹੋਇਆ, ਇਹਨੂੰ ਵੀ ਜੇ ਕਿਤੇ ਦੁਨੀਆ ਦੇ ਹੋਰ ਦੇਸ਼ ਦੇ ਵਿੱਚ ਹੁੰਦਾ ਤੇ ਇਹਨੂੰ ਇੱਕ ਟਾਰਚਰ ਮਿਊਜ਼ੀਅਮ ਦਾ ਰੂਪ ਦਿੱਤਾ ਹੋਣਾ ਸੀ। ਖਿਆਲ ਕਰੋ ਤੁਸੀਂ ਕਿਵੇਂ ਦਾ ਜ਼ੁਲਮ ਜਿੰਨੇ ਬਣਾਇਆ। ਤੁਹਾਨੂੰ ਯਾਦ ਹੋਵੇ ਜਦੋਂ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਂ ਦੇ ਸਾਹਮਣੇ ਖੜੇ ਨੇ ਨਾ, ਤੇ ਉਦੋਂ ਸੁੱਚਾਨੰਦ ਨੇ ਇੱਕ ਗੱਲ ਕਹੀ ਸੀ। ਸੁੱਚਾਨੰਦ ਨੇ ਸਾਹਿਬਜ਼ਾਦੇ ਨੂੰ ਪਤਾ ਕੀ ਕਿਹਾ ਸੀ ਕਿ ਤੁਸੀਂ ਦੀਨੇ ਇਸਲਾਮ ਕਬੂਲ ਕਰ ਲਓ, ਸਾਡਾ ਬਾਦਸ਼ਾਹ ਬੜਾ ਦਿਆਲੂ ਹੈ। ਔਰੰਗਜ਼ੇਬ ਦੇ ਬਾਰੇ ਕਿਹਾ ਸੀ, ਸਾਡਾ ਬਾਦਸ਼ਾਹ ਬੜਾ ਦਿਆਲੂ ਹੈ, ਉਹ ਤੁਹਾਨੂੰ ਤੁਹਾਡਾ ਅਨੰਦਪੁਰ ਵੀ ਵਾਪਸ ਦੇ ਦੇਵੇਗਾ, ਤੁਸੀਂ ਦੀਨੇ ਇਸਲਾਮ ਕਬੂਲ ਕਰ ਲਓ। ਤੇ ਸਾਹਿਬਜ਼ਾਦਿਆਂ ਦਾ ਜਵਾਬ ਪਤਾ ਕੀ ਸੀ, ਜਿਹੜਾ ਹਕੀਮ ਮਿਰਜ਼ਾ ਅਲਾ ਯਾਰ ਖਾਨ ਜੋਗੀ ਨੇ ਸ਼ਹੀਦਾਂ ਨੇ ਵਫਾ 'ਚ ਲਿਖਿਆ? ਉਹਨਾਂ ਨੇ ਕਿਹਾ ਸੀ, पढ़ के नमाज पिता को जो करता कैद हो, खल्लक को उससे भला नेकी की क्या उम्मीद हो। भी जिहड़ा अपने बाप का नहीं बनिया, होर किसे तो इंसाफ की क्यों उम्मीद कर सकता ਉਹਦੇ ਤੋਂ। मैं तो कहना कि शाहजहान का भी भला ही होवे किते। एक शेर बड़ा प्यारा लिख गया मरण तो पहला। शाहजहान ने इनू तकरीबन 1638 ਤੋਂ ਲੈ ਕੇ 1648 ਤੱਕ ਇਸ ਨੂੰ ਕੰਪਲੀਟ ਕੀਤਾ। ਲਾਲ ਕਿਲ੍ਹੇ ਦਾ ਤੇ ਤਾਜ ਮਹਿਲ ਦਾ ਜਿਹੜਾ ਆਰਕੀਟੈਕਟ ਇੱਕੋ ਹੀ ਸੀਗਾ, ਮੁਹੰਮਦ ਆਪਣਾ ਮੌਲਾਨਾ ਅਹਿਮਦ ਲਾਹੌਰੀ ਸੀਗਾ। ਉਸਤਾਦ ਅਹਿਮਦ ਲਾਹੌਰੀ ਵੀ ਇਸ ਨੂੰ ਕਿਹਾ ਜਾਂਦਾ। ਉਹ ਇੱਕੋ ਹੀ ਬੰਦਾ ਸੀ ਜਿਸ ਨੇ ਦੋਵਾਂ ਨੂੰ ਡਿਜ਼ਾਈਨ ਕੀਤਾ ਸੀ। ਸੋ ਸ਼ਾਹਜਹਾਨ ਨੇ ਇਸ ਨੂੰ ਤਿਆਰ ਕਰਵਾਇਆ, ਤੇ ਤਿਆਰ ਕਰਾਉਣ ਵਾਲੇ ਦਾ ਹਾਲ ਕੀ ਹੋਇਆ ਕਿ ਉਹ ਕੈਦ ਦੇ ਵਿੱਚ ਹੈ, ਤੇ ਔਰੰਗਜ਼ੇਬ ਨੇ ਕਹਿ ਦਿੱਤਾ ਹੈ ਕਿ ਇਹਨੂੰ ਸਾਰੇ ਦਿਨ ਦੇ ਵਿੱਚ ਇੱਕ ਪਿਆਲੇ ਤੋਂ ਵੱਧ ਪਾਣੀ ਨਹੀਂ ਦੇਣਾ। ਉਹਨੇ ਇੱਕ ਸ਼ੇਰ ਲਿਖਿਆ 'ਚ ਬੜੀ ਵਧੀਆ ਗੱਲ ਲਿਖੀ ਹੈ। ਉਹਨੇ ਕਿਹਾ, ਬਾਬਾ ਮਨ ਬਹਾਦਰ ਮਨ ਦੀ ਰੋਜ਼ ਲੱਖ ਸਵਾਰ ਬੂਦਮ, ਇਮਰੋਜ਼ ਮੁਹਤਾਜ ਜਗ ਕਾਸਾ ਹੈ ਆਬਮ। ਮੇਰੇ ਪੁੱਤ, ਬੇਸ਼ੱਕ ਤੂੰ ਬਾਦਸ਼ਾਹ ਤੇ ਬਣ ਗਿਆ, ਪਰ ਕੱਲ੍ਹ ਦੀਆਂ ਗੱਲਾਂ ਮੈਂ ਵੀ ਬਾਦਸ਼ਾਹ ਸੀ, ਤੇ ਮੇਰੇ ਸਾਹਮਣੇ ਇੱਕ ਸਵਾਰ ਖੜਾ ਹੁੰਦਾ ਸੀ 1 ਲੱਖ ਸਵਾਰ। ਅੱਜ ਮੈਂ ਇੱਕ ਪਾਣੀ ਦੇ ਪਿਆਲੇ ਵਾਸਤੇ ਮੁਹਤਾਜ ਹਾਂ। ਬਾਬਾ ਮਨ ਬਹਾਦਰ ਮਨ ਦੀ ਰੋਜ਼ ਲੱਖ ਸਵਾਰ ਬੂਦਮ, ਇਮਰੋਜ਼ ਮੁਹਤਾਜ ਜਗ ਕਾਸਾ ਏ ਆਬਮ। ਪਾਣੀ ਦੇ ਕਾਸੇ ਦੇ ਵਾਸਤੇ ਅੱਜ ਮੈਂ ਮੁਹਤਾਜ ਹੋ ਗਿਆ ਜਿੰਨੇ ਬਣਾਇਆ ਸੀ। ਉਸ ਤੋਂ ਬਾਅਦ ਕਿਤੇ ਤੁਹਾਨੂੰ ਇੱਕ, ਹੁਣ ਤਾਂ ਇੰਗਲਿਸ਼ ਦੇ ਵਿੱਚ ਵੀ ਅਵੇਲੇਬਲ ਆ, ਮੈਂ ਭੈਣਾਂ ਨੂੰ ਕਹੂੰਗਾ ਜ਼ਰੂਰ ਇੱਕ ਕਿਤਾਬ ਪੜ੍ਹਨ, ਦੀਵਾਨੇ ਮਖਫੀ। ਔਰੰਗਜ਼ੇਬ ਦੀ ਬੇਟੀ ਸੀ ਜੇਬੁਲ ਨਿਸਾ। ਜੇਬੁਲ ਨਿਸਾ ਬਹੁਤ ਸੋਹਣੀ ਪੋਇਟਰੀ ਕਰਦੀ ਸੀ। ਇੱਕ ਦਿਨ ਆਪਣੇ ਛੱਤ ਦੇ ਉੱਪਰ ਖੜੀ ਹੈ, ਪੋਇਟਰੀ ਕਰਦੀ ਸੀ ਉਹ, ਬੜੀ ਸੂਫੀ ਮੱਤ ਵਾਲੀ, ਰੂਹਾਨੀਅਤ ਭਰੀ। ਉਹਨੇ ਇੱਕ ਸ਼ੇਰ ਪੜ੍ਹ ਦਿੱਤਾ, ਥੱਲਿਓਂ ਦੀ ਕੋਈ ਬੜਾ ਸੂਫੀ ਫਕੀਰ ਲੰਘ ਰਿਹਾ ਸੀ, ਉਹਦੇ ਕੰਨਾਂ ਦੇ ਵਿੱਚ ਸ਼ੇਰ ਪਿਆ। ਉਹਨੇ ਆਪਣਾ ਨਾਮ ਰੱਖਿਆ ਸੀ ਮਖਫੀ, ਤਖੱਲਸ, ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਪਤਾ ਲੱਗੇ ਮੇਰੇ ਬਾਪ ਨੂੰ ਕਿ ਮੈਂ ਪੋਇਟਰੀ ਕਰਦੀ ਹਾਂ। ਮਖਫੀ ਦਾ ਭਾਵ ਹੁੰਦਾ ਗੁਪਤ, ਬੇਨਾਮ, ਜਿਹੜਾ ਆਪਣਾ ਨਾਂ ਨਾ ਦੱਸਣਾ ਚਾਹੇ। ਅਰੈਬਿਕ ਨੇਮ ਹੈ ਮਖਫੀ। ਉਹਦੀ ਕਿਤਾਬ ਦਾ ਨਾਮ ਵੀ ਦੀਵਾਨੇ ਮਖਫੀ ਹੈ। ਹੁਣ ਅੰਗਰੇਜ਼ੀ ਦੇ ਵਿੱਚ ਅਨੁਵਾਦ ਵੀ ਮਿਲਦਾ, ਪਹਿਲਾਂ ਫਾਰਸੀ ਦੇ ਵਿੱਚ ਸੀ, ਲਾਹੌਰ ਦੇ ਵਿੱਚ ਇਸ ਦਾ ਉਰਦੂ ਅਨੁਵਾਦ ਹੋਇਆ ਸੀ। ਉਹਨੇ ਬੜੀ ਪਿਆਰਾ ਇੱਕ ਸ਼ੇਰ ਪੜ੍ਹਿਆ, ਤੇ ਥੱਲੇ ਫਕੀਰ ਕੋਈ ਤੁਰਿਆ ਜਾ ਰਿਹਾ ਸੀ। ਉਹਦੇ ਕੰਨਾਂ 'ਚ ਆਵਾਜ਼ ਪਈ ਤੇ ਦਰਬਾਰ ਦੇ ਵਿੱਚ ਆ ਗਿਆ, ਕਹਿੰਦਾ, ਬਾਦਸ਼ਾਹ ਸਲਾਮਤ, ਤੇਰੇ ਘਰ ਦੇ ਵਿੱਚ ਕਿਹੜਾ ਐਡਾ ਸ਼ਾਇਰ ਹੈ ਜਿਹਨੇ ਖੁਦਾ ਨੂੰ ਮਿਲਾਪ ਵਾਲਾ ਇੰਨਾ ਵਧੀਆ ਜਿਹੜਾ ਸ਼ੇਰ ਪੜ੍ਹਿਆ। ਔਰੰਗਜ਼ੇਬ ਨੂੰ ਪਤਾ ਲੱਗਾ ਮੇਰੀ ਬੇਟੀ ਪੋਇਟਰੀ ਕਰਦੀ ਹੈ। ਉਸੇ ਸਲੀਮਗੜ੍ਹ ਦੇ ਕਿਲ੍ਹੇ 'ਚ ਕੈਦ ਕਰਤੀ, 21 ਸਾਲ ਕੈਦ ਦੇ ਵਿੱਚ ਬਰੀ ਹੈ।
ਜੇ ਬੋਲੇ ਸਾ। ਗੁਨਾਹ ਕੀ ਹੈ? ਪੋਇਟਰੀ ਕਰਦੀ ਹੈ, ਪਰ ਪੋਇਟਰੀ ਵੀ ਕੋਈ ਇਸ਼ਕ ਮਿਜ਼ਾਜੀ ਦੀ ਨਹੀਂ ਕਰਦੀ, ਇਸ਼ਕ ਹਕੀਕੀ ਦੀ ਕਰਦੀ ਹੈ, ਉਹ ਵੀ ਗੁਨਾਹ ਹੈ। ਦਾਰਾ ਆਪਣੇ ਭਰਾ ਦਾ ਕਤਲ ਕੀਤਾ, ਡੱਬੇ 'ਚ ਸਿਰ ਪਾ ਕੇ ਉਹਦਾ ਬਾਪ ਨੂੰ ਭੇਜਿਆ ਗਿਆ। ਕਿੰਨੇ ਜ਼ੁਲਮ ਹੋਏ ਇੱਥੇ। ਮੈਂ ਤਾਂ ਹੀ ਕਹਿੰਦਾ ਹੁੰਦਾ ਕਿ ਜੇ ਖਾਲਸਾਈ ਨਿਸ਼ਾਨ ਉੱਥੇ ਝੁੱਲ ਗਿਆ ਕੋਈ ਗੁਨਾਹ ਨਹੀਂ ਹੋ ਗਿਆ, ਕੋਈ ਏਡੀ ਗੱਲ ਨਹੀਂ। ਬਹੁਤ ਜ਼ੁਲਮ ਹੋਏ ਨੇ ਉੱਥੇ, ਔਰ ਸਾਡਾ ਨਿਸ਼ਾਨ ਤਾਂ ਉਸ ਗੱਲ ਦਾ ਸੂਚਕ ਹੈ ਕਿ ਇਸ ਨਿਸ਼ਾਨ ਦੇ ਥੱਲੇ ਜਿਹੜਾ ਵੀ ਆਇਆ ਹੈ ਉਸ ਨੂੰ ਹਰ ਤਰ੍ਹਾਂ ਦੇ ਨਾਲ ਹਿਫਾਜ਼ਤ ਦੀ ਜਿਹੜੀ ਹੈ ਉਹ ਗਰੰਟੀ ਮਿਲੀ ਹੈ, ਹਿਫਾਜ਼ਤ ਦਾ ਜਾਮਨ ਰਿਹਾ ਹੈ। ਔਰ ਇਸ ਲਾਲ ਕਿਲੇ ਦੇ ਵਿੱਚੋਂ ਫਰਕਸੀਅਰ ਨੇ ਇੱਕ ਫਰਮਾਨ ਜਾਰੀ ਕੀਤਾ ਹੈ, ਕਹਿੰਦਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੇ ਇਹ ਸਿੱਖ ਆਏ ਨੇ ਇਹਨਾਂ ਨੂੰ ਰੋਜ਼ ਦਾ 100 ਕਤਲ ਕਰ ਦਿੱਤਾ ਜਾਵੇ। ਇੱਕ ਦਿਨ 100 ਕਤਲ ਕਰ ਦਿੱਤਾ। ਦੂਸਰੇ ਦਿਨ ਸਿੱਖ ਲਾਈਨ ਦੇ ਵਿੱਚ ਖੜੇ ਨੇ, ਕਾਜ਼ੀ ਦੇ ਹੱਥ ਦੇ ਵਿੱਚ ਕੁਰਾਨ ਹੈ, ਜਲਾਦ ਦੇ ਹੱਥ ਦੇ ਵਿੱਚ ਕਿਰਪਾਨ ਹੈ। ਹਰ ਸਿੱਖ ਨੂੰ ਕਾਜ਼ੀ ਕਹਿੰਦਾ ਹੈ ਕਿ ਜੇਕਰ ਤੂੰ ਕਲਮਾ ਪੜ੍ਹ ਕੇ ਦੀਨੇ ਇਸਲਾਮ ਕਬੂਲ ਕਰਨਾ ਚਾਹੁੰਦਾ ਤੇ ਕੁਰਾਨ ਵਾਲੇ ਪਾਸੇ ਆ ਜਾ, ਤੇ ਜੇ ਦੀਨੇ ਇਸਲਾਮ ਕਬੂਲ ਨਹੀਂ ਕਰਨਾ ਫਿਰ ਕਿਰਪਾਨ ਵਾਲੇ ਪਾਸੇ ਆ ਜਾ। ਗੱਲ ਤਾਂ ਇਹੀ ਹੈ ਨਾ ਕਿ ਜਾਂ ਦੀਨ ਜਾਂ ਮੌਤ। ਇੱਕ ਨੂੰ ਕਿਹਾ, ਦੂਜੇ ਨੂੰ ਕਿਹਾ, ਤੀਜੇ ਨੂੰ ਕਿਹਾ, ਚੌਥੇ ਨੂੰ ਕਿਹਾ। ਜਦੋਂ 5 ਸਿਰ ਲੱਥ ਗਏ ਨਾ, ਇੱਕ ਬਜ਼ੁਰਗ ਨੇ ਹੱਥ ਖੜਾ ਕੀਤਾ, ਕਹਿੰਦਾ ਕਾਜੀ ਸਾਹਿਬ ਮੇਰੀ ਇੱਕ ਦਰਖਾਸਤ ਹੈ। ਕਹਿੰਦਾ ਦੱਸੋ। ਕਹਿੰਦਾ ਪਹਿਲਾਂ ਪ੍ਰਣ ਕਰੋ, ਤੁਹਾਡੇ ਹੱਥ ਦੇ ਵਿੱਚ ਮੁਕੱਦਸ ਕੁਰਾਨ ਸ਼ਰੀਫ ਹੈ, ਪਹਿਲਾਂ ਪ੍ਰਣ ਕਰੋ ਕਿ ਮੈਂ ਜਿਹੜੀ ਗੱਲ ਕਹਿਣ ਲੱਗਾ ਮੰਨੋਗੇ। ਹੁਣ ਜਦੋਂ ਮਕਤਲ ਦੇ ਵਿੱਚ ਬੰਦਾ ਖੜਿਆ ਹੋਵੇ, ਜਿੱਥੇ ਸਿਰ ਲੱਥ ਰਹੇ ਹੋਣ, ਉੱਥੇ ਵੱਡੀ ਤੋਂ ਵੱਡੀ ਮੰਗ ਤਾਂ ਇਹੀ ਹੋ ਸਕਦੀ ਹੈ ਨਾ ਕਿ ਮੇਰੀ ਜਾਨ ਬਖਸ਼ ਦਿਓ। ਇਹੀ ਮੰਗ ਹੋ ਸਕਦੀ ਹੈ ਨਾ। ਤੇ ਕਾਜੀ ਤੇ ਵਿੱਚੋਂ ਵਿੱਚ ਖੁਸ਼ ਸੀਗਾ ਵੀ ਇੱਕ ਸਿੱਖ ਵੀ ਕਵੇ ਕਿਤੇ ਕਿ ਮੇਰੀ ਜਾਨ ਬਖਸ਼ ਦਿੱਤੀ ਜਾਵੇ, ਹੋਰ ਕੀ ਚਾਹੀਦਾ, ਇਹੀ ਤਾਂ ਜਿੱਤ ਹੈ। ਮਨ ਦੇ ਵਿੱਚ ਬੜਾ ਖੁਸ਼, ਕਹਿੰਦਾ ਹਾਂ ਸਿੱਖਾ, ਮੇਰੇ ਹੱਥ ਦੇ ਵਿੱਚ ਮੁਕੱਦਸ ਕੁਰਾਨ ਸ਼ਰੀਫ ਹੈ, ਮੈਂ ਇਕਰਾਰ ਕਰਦਾ ਤੇਰੀ ਮੰਗ ਪੂਰੀ ਕੀਤੀ ਜਾਊਗੀ। ਦੱਸ ਤੇਰੀ ਮੰਗ ਕੀ ਹੈ? ਕਹਿੰਦਾ ਮੰਗ ਮੇਰੀ ਇਹ ਹੈ ਕਿ ਕੱਲੇ ਕੱਲੇ ਸਿੱਖ ਨੂੰ ਪੁੱਛ ਕੇ ਨਾ ਕਿ ਕਿਰਪਾਨ ਵਾਲੇ ਪਾਸੇ ਜਾਣਾ ਕਿ ਕੁਰਾਨ ਵਾਲੇ ਪਾਸੇ ਜਾਣਾ, ਆਪਣਾ ਤੇ ਸਾਡਾ ਵਕਤ ਬਰਬਾਦ ਨਾ ਕਰੋ। ਮੈਂ ਸਾਰਿਆਂ ਦਾ ਫੈਸਲਾ ਤੁਹਾਨੂੰ ਇੱਕੋ ਵਾਰੀ ਦੱਸ ਦੇਣਾ ਕਿ ਅਸੀਂ ਸਾਰਿਆਂ ਕਿਰਪਾਨ ਵਾਲੇ ਰਸਤੇ ਜਾਣਾ। ਸਾਡੇ ਚੋਂ ਕਿਸੇ ਨੇ ਵੀ ਦੀਨ ਇਸਲਾਮ ਕਬੂਲ ਨਹੀਂ ਕਰਨਾ। ਅਸੀਂ ਤੇ ਸਾਰਿਆਂ ਮੌਤ ਦੇ ਰਾਹ ਤੇ ਤੁਰਨਾ ਹੈ। ਬਾਰ-ਬਾਰ ਆਪਣਾ ਤੇ ਸਾਡਾ ਵਕਤ ਬਰਬਾਦ ਨਾ ਕਰ।